ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਪ੍ਰਾਈਵੇਟ ਸਕੂਲਾਂ ਤੋਂ ਲਾਕਡਾਊਨ ਪੀਰੀਅਡ ਦੇ ਦੌਰਾਨ ਤਕਰੀਬਨ 70% ਦੀ ਫੀਸਾਂ ਲੈਣ ਦਾ ਜਿਹੜਾ ਮਾਮਲਾ ਹਾਈ ਕੋਰਟ ਦੇ ਵਿੱਚ ਪੁੱਜਿਆ ਸੀ ਤਾਂ ਹਾਈ ਕੋਰਟ ਨੇ ਕਿਹਾ ਕਿ 70% ਦੇ ਕਰੀਬ ਜਿਹੜੇ ਸਕੂਲ ਫੀਸ ਚਾਰਜ ਕਰ ਸਕਦੇ ਹੈ। ਹੁਣ ਇਸ ਨੂੰ ਲੈ ਕੇ ਲਗਾਤਾਰ ਜਿਹੜੇ ਮੀਟਿੰਗਾਂ ਦਾ ਦੌਰ ਚੱਲ ਰਿਹਾ। ਕੱਲ ਵੀ ਅਸੀਂ ਵੇਖਿਆ ਹੈ ਕਿ ਐਡਵੋਕੇਟ ਜਨਰਲ ਤੇ ਸਿੱਖਿਆ ਮੰਤਰੀ ਨੇ ਦੋਨਾਂ ਧਿਰਾਂ ਦੇ ਵਿੱਚ ਬਹਿ ਕੇ ਗੱਲਬਾਤ ਕੀਤੀ, ਲੇਕਿਨ ਗੱਲ ਕਿਤੇ ਸਿਰੇ ਨਹੀਂ ਚੜ੍ਹ ਪਾਈ। ਅੱਜ ਫਿਰ ਪੇਰੈਂਟਸ ਐਸੋਸੀਏਸ਼ਨ ਵੱਲੋਂ ਇੱਕ ਪਟੀਸ਼ਨ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ। ਸਾਡੇ ਨਾਲ ਹੈਗੇ ਪੇਰੈਂਟਸ ਐਸੋਸੀਏਸ਼ਨ ਦੇ ਜਿਹੜੇ ਐਡਵੋਕੇਟ RS ਬੈਂਸ ਜੀ, ਗੱਲ ਕਰਦੇ ਆ। ਸਰ, ਕੀ ਪਟੀਸ਼ਨ ਤੁਸੀਂ ਫਾਈਲ ਕੀਤੀ ਤੇ ਹੁਣ ਅੱਗੇ ਇਹਦੇ 'ਚ ਫਰਦਰ ਕੀ ਹੋਇਆ? देखो, पहला तो हाई कोर्ट का जो दरवाज़ा खड़काया स्कूलों ने जी। स्कूलों के एसोसीएशन ने कहा कि जी असी अपने टीचर को फीस तनख्वाह देनी है। सरकार ने ऑर्डर किया इस करके सानू फीस लैन की इजाजत दी जाए, क्योंकि सरकार ने मना किया कि इन्होंने हालातों में जदों कोई स्कूल लग नहीं रहे, जदों कि ऑनलाइन टीचिंग चल रही है जिहड़ी कि बहुत सस्ती होंगी है, ਉਹਦੇ 'ਚ कोई खर्चा नहीं होंदा, तो इस करके तुसीं फीस ना लो या घट लो या घट्टो घट ट्यूशन फी लो। मगर उन्होंने जाके मिसरिप्रजेंट करके हाई कोर्ट से ऑर्डर ले लिया कि 70% ऑफ द टोटल फी, दैट मीन जे तुसी आम ट्यूशन फी 100 रुपया तो बाकी फीस मिला के 500-700 रुपया बन जाता है, 5-7 हज़ार बन जाता है, तुसी उसका 70% लै सकते हो। ਇਹਦਾ मतलब कि ट्यूशन फी तो भी ज़्यादा लै सकते हो। ਉਹਦੇ बिल्डिंग फंड होएगा, स्विमिंग पूल होएगा, ट्रांसपोर्टेशन, हज़ार तरह के होर चार्जिस होंगे ਜਿਹੜੇ कि स्कूल इस ਵੇਲੇ नहीं कर रहे। और स्कूल एक इंस्टीट्यूशन है। ਜਦੋਂ ਦੇਸ਼ ਵਿੱਚ ਐਮਰਜੈਂਸੀ ਹੁੰਦੀ ਹੈ, ਜਦੋਂ ਕੋਈ ਵੀ ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ, ਹਰ ਬੰਦੇ ਨੂੰ ਆਪਣੀ ਕੰਟਰੀਬਿਊਸ਼ਨ ਕਰਨੀ ਪੈਂਦੀ ਹੈ। ਤੇ ਤੁਸੀਂ ਉਹਨਾਂ ਹਾਲਾਤਾਂ ਵਿੱਚ ਵੀ ਬੱਚਿਆਂ ਤੋਂ ਬਾਰ-ਬਾਰ ਮੈਸੇਜ ਭੇਜ ਕੇ, WhatsApp ਮੈਸੇਜ ਭੇਜ ਕੇ ਇੱਕ ਚੰਗੀ ਈਮੇਲ ਭੇਜ ਦਿੰਦੇ ਹੋ ਕਿ ਆਹ ਜੀ ਕੰਮ ਕਰ ਲਓ ਤੇ ਉਹਦਾ ਜਵਾਬ ਦੇ ਦਿਓ, ਉਸ ਤੋਂ ਇਲਾਵਾ ਕੋਈ ਆਨਲਾਈਨ ਟੀਚਿੰਗ ਨਹੀਂ ਕਰ ਰਹੇ। ਉਸ ਦੇ ਬਾਵਜੂਦ ਉਹ ਸਭ ਤੋਂ ਫੀਸ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਹਨਾਂ ਦੇ ਹਾਈ ਕੋਰਟ ਦਾ ਆਰਡਰ ਦੇ ਹਿਸਾਬ ਨਾਲ ਬੱਚਿਆਂ ਨੂੰ ਹਿਊਮਿਲੇਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਗ੍ਹਾ-ਜਗ੍ਹਾ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹੈ। और जिन्होंने बच्चों को ऑनलाइन पढ़न का इक्विपमेंट भी नहीं है उन्होंने तो भी फीस मंगी जा रही है। ये सारिया गल्लां हाई कोर्ट करने लई असीं एसोसीएशन वालों एक पटीशन पाई सी उस केस विच कि तुसीं स्कूल दे गल्लां सुनने तो पहलां पेरेंट्स नूं सुनो, क्योंकि जो स्टूडेंट्स एंड पेरेंट्स है सब तो वनरेबल सैक्शन है। इन्हां च गरीब भी है, कुछ अमीर होणगे, पर ज़्यादातर सैक्शन दे विच जिहड़े बच्चे है वो अफोर्ड नहीं कर पाते। और ये ऑनलाइन टीचिंग तो पहलां इक्विपमेंट चाहिए, 1 लाख कमरा चाहिए, ਬੱਚੇ ਪੇਰੈਂਟਸ ਦੇ ਕਈ ਬੱਚੇ ਨੇ ਉਹਨਾਂ ਨੂੰ ਅਲੱਗ-ਅਲੱਗ ਇਕਵਿਪਮੈਂਟ ਚਾਹੀਦਾ ਹੈ। तो ਇਹਨਾਂ ਹਾਲਾਤਾਂ ਵਿੱਚ ਜਦੋਂ ਮੈਜੋਰਟੀ ਉਹਦਾ ਬੱਚੇ ਪੜ੍ਹ ਹੀ ਨਹੀਂ ਪਾ ਰਹੇ ਤੇ ਸਕੂਲ ਦਾ ਇਹ ਕਹਿਣਾ ਕਿ ਅਸੀਂ ਆਨਲਾਈਨ ਟੀਚਿੰਗ ਕਰ ਰਹੇ ਹਾਂ ਇਸ ਕਰਕੇ ਸਾਨੂੰ ਫੀਸ ਚਾਹੀਦੀ ਹੈ, ਇਹ ਬਿਲਕੁਲ ਗਲਤ ਤਰੀਕਾ ਹੈ। ਔਰ ਇਹਨਾਂ ਹਾਲਾਤਾਂ ਵਿੱਚ ਜਦੋਂ ਕਿ ਸਾਰਾ ਦੇਸ਼ ਇੱਕ ਮਹਾਮਾਰੀ ਨਾਲ ਲੜ ਰਿਹਾ ਹੈਗਾ ਤਾਂ ਉਹਨਾਂ ਹਾਲਾਤਾਂ ਵਿੱਚ ਸਕੂਲ ਆਪਣੀ ਰਿਸਪੌਂਸਿਬਲ ਨੂੰ ਸਮਝਣ ਦੀ ਬਜਾਏ, ਆਪਣੀ ਰਿਸਪੌਂਸਿਬਿਲਿਟੀ ਨੂੰ ਅਦਾ ਕਰਨ ਦੀ ਬਜਾਏ, ਕਨਸਟੀਟਿਊਸ਼ਨਲ ਰਾਈਟ ਬੱਚਿਆਂ ਦਾ ਪੂਰਾ ਕਰਨ ਦੀ ਬਜਾਏ ਰਾਦਰ ਕੋਰਟ ਦਾ ਦਰਵਾਜ਼ਾ ਜਾਂ ਕੋਰਟ ਦਾ ਸਹਾਰਾ ਲੈ ਕੇ ਬੱਚਿਆਂ ਤੋਂ ਜ਼ਬਰਦਸਤੀ ਫੀਸ ਲੈ ਰਿਹਾ ਹੈ। ਇਸੇ ਗੱਲ ਨੂੰ ਅਸੀਂ ਕੋਰਟ ਅੱਗੇ ਦੱਸਣਾ ਚਾਹੁੰਦੇ ਨੇ ਕਿ ਘੱਟੋ ਘੱਟ ਪੇਰੈਂਟਸ ਬੱਚਿਆਂ ਨੂੰ ਸੁਣੋ। ਇਹਨਾਂ ਹਾਲਾਤਾਂ ਵਿੱਚ ਸਕੂਲਾਂ 'ਚ ਨਾ ਸੁਣੋ ਕਿ ਸਕੂਲਾਂ ਦੀ ਜਿਹੜੀ ਅਬਿਲਿਟੀ ਹੈ ਔਰ ਜਿਹੜੀ ਉਹਨਾਂ ਕੋਲ ਫਾਈਨੈਂਸ਼ੀਅਲ ਸਿਚੁਏਸ਼ਨ ਕਿਤੇ ਚੰਗੀ ਹੈ। ਆਮ ਸਿਟੀਜ਼ਨ ਦੀ, ਆਮ ਬੱਚੇ ਦੀ, ਆਮ ਪੇਰੈਂਟਸ ਦੀ ਹਾਲਾਤ ਬਹੁਤ ਮਾੜੇ ਨੇ ਕਿਉਂਕਿ ਨੌਕਰੀਆਂ ਖਤਮ ਹੋ ਗਈਆਂ, ਕੰਮ ਖਤਮ ਹੋ ਗਏ, ਸੈਲਫ ਇੰਪਲਾਇਡ ਪਰਸਨ ਕੋਲ ਕੋਈ ਕੰਮ ਨਹੀਂ ਹੈ, ਛੋਟੇ ਮੋਟੇ ਦੁਕਾਨਦਾਰ ਕੋਲ ਕੰਮ ਨਹੀਂ ਹੈ, ਪ੍ਰੋਫੈਸ਼ਨਲ ਕੋਲ ਕੋਈ ਕੰਮ ਨਹੀਂ ਹੈ। ਇਹਨਾਂ ਹਾਲਾਤਾਂ 'ਚ ਫੀਸ ਕਿਵੇਂ ਦਿੱਤੀ ਜਾ ਸਕਦੀ ਹੈ? ਔਰ ਕਿਉਂਕਿ ਦੇਸ਼ ਵਿੱਚ ਐਜੂਕੇਸ਼ਨ ਇੱਕ ਫੰਡਾਮੈਂਟਲ ਰਾਈਟ ਬਣ ਚੁੱਕਾ ਹੈ, ਇਸ ਕਰਕੇ ਬੱਚਿਆਂ ਦੀ ਪੜ੍ਹਾਈ ਫਿਰ ਵੀ ਨਹੀਂ ਰੁਕ ਸਕਦੀ। ਚਾਹੇ ਕੋਈ ਐਟਮ ਬੰਬ ਹੋਵੇ, ਲੜਾਈ ਹੋਵੇ, ਪਰ ਬੱਚਿਆਂ ਦੀ ਪੜ੍ਹਾਈ ਫਿਰ ਵੀ ਨਹੀਂ ਰੁਕਦੀ। ਨੈਕਸਟ ਜਨਰੇਸ਼ਨ ਹੈ। तो जब तक स्कूल को इंफ्रास्ट्रक्चर है, जब तक स्कूल चल रहे हैं उद तक स्कूल में टीचिंग करते रहना चाहिए है। जिदन हालात ठीक हो जाएंगे फीस वापस दे सकते, कोई नहीं कह रहा कि असीं फीस नहीं देनी, फीस दी जाएगी जदों थोड़े 3 महीने बाद, 2 महीने बाद, 4 महीने तुसीं इन्ने वड्डे स्कूल हो के 2 या 3 महीने भी तुसीं फ्री ऑनलाइन टीचिंग भी नहीं कर सकते। तो ਇਹਦਾ ਮਤਲਬ ਜਿਹੜਾ ਤੁਹਾਨੂੰ ਜਿਹੜੀ ਕਾਮਨ ਰਿਸਪੌਂਸਿਬਿਲਟੀ ਹੈ, ਸੋਸ਼ਲ ਰਿਸਪੌਂਸਿਬਿਲਟੀ ਹੈ, ਕਮਿਊਨਿਟੀ ਦੇ ਲਈ ਰਿਸਪੌਂਸਿਬਿਲਟੀ ਹੈ ਜਾਂ ਬੱਚਿਆਂ ਲਈ ਪਿਆਰ ਹੈ, ਉਹ ਤੁਹਾਡੇ ਅੰਦਰ ਬਿਲਕੁਲ ਨਹੀਂ ਹੈ। ਤੁਸੀਂ ਹਰ ਹਾਲਤ ਵਿੱਚ ਤੁਸੀਂ ਇਹ ਟੀਚਿੰਗ ਨੂੰ ਇੱਕ ਦੁਕਾਨਦਾਰੀ ਬਣਾਇਆ ਹੋਇਆ, ਇਸ ਕਰਕੇ ਇੱਕ ਦਿਨ ਵੀ ਤੁਹਾਨੂੰ ਮੁਨਾਫਾ ਨਹੀਂ ਹੁੰਦਾ ਤਾਂ ਤੁਸੀਂ ਇਮੀਡੀਏਟਲੀ ਰੌਲਾ ਪਾਉਣ ਲੱਗ ਪੈਂਦੇ। ਇਹੀ ਗੱਲ ਨੂੰ ਅਸੀਂ ਹਾਈ ਕੋਰਟ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਹਾਈ ਕੋਰਟ ਨੂੰ ਜਿਹੜੀ ਸਿੰਪਥੀ, ਹਾਈ ਕੋਰਟ ਨੂੰ ਜਿਹੜੀ ਨਜ਼ਰ ਹੈ ਉਹ ਬੱਚਿਆਂ 'ਤੇ ਦੇਣੀ ਚਾਹੀਦੀ, ਉਹਨਾਂ ਦੇ ਐਜੂਕੇਸ਼ਨਲ ਰਾਈਟਸ ਦੇਣੀ ਚਾਹੀਦੀ ਹੈ, ਨਾ ਕਿ ਉਹਨਾਂ ਦੇ ਪ੍ਰੋਫਿਟ ਬਾਰੇ। ਸਰ, ਹੁਣ ਕੀ ਹੋਇਆ ਇਹਦੇ 'ਚ? ਕਿਉਂਕਿ 12 ਜੂਨ ਨੂੰ ਕਿਹਾ ਜਾ ਰਿਹਾ ਹੈ ਕਿ ਇਸ 'ਤੇ ਜਿਹੜਾ ਡਿਸੀਜ਼ਨ ਹਾਈ ਕੋਰਟ ਵੱਲੋਂ ਦਿੱਤਾ ਜਾ ਸਕਦਾ, ਕਿਉਂਕਿ ਪਹਿਲਾਂ ਵੀ ਕਈ ਪਟੀਸ਼ਨਸ ਜਿਹੜੀ ਪਈਆਂ ਹੋਈਆਂ। देखो, हाई कोर्ट ने पहला पेरेंट्स तो बिना सुने उन्होंने इजाजत देते सी कि 70% टोटल फीस लै लो। हालांकि सरकार ने कहा सी तुसीं सिर्फ ट्यूशन फी लो।
ਉਸ ਤੋਂ ਬਾਅਦ ਉਹ ਇਨਕਰੇਜ ਹੋ ਗਏ। ਹੁਣ ਉਹ ਕਹਿੰਦੇ ਕਿ ਸਾਨੂੰ 100% ਹੀ ਮਿਲਣੀ ਚਾਹੀਦੀਆਂ। ਟੀਚਰਾਂ ਨੂੰ ਆਖਿਆ 70% ਤਨਖਾਹ ਦੇਵਾਂਗੇ। ਇਹਨਾਂ ਹਾਲਾਤਾਂ ਦੇ ਵਿੱਚ ਇਹ ਬਹੁਤ ਜ਼ਰੂਰੀ ਸੀ ਕਿ ਜਿਹੜੇ ਸਭ ਤੋਂ ਇਫੈਕਟਡ ਬੰਦੇ ਨੇ, ਸਭ ਤੋਂ ਜਿਹਨਾਂ ਨੂੰ ਫਰਕ ਪੈ ਰਿਹਾ ਹੈ, ਔਰ ਬੱਚੇ ਔਰ ਉਹਨਾਂ ਦੇ ਪੇਰੈਂਟਸ ਹੈ, ਉਹਨਾਂ ਦੀ ਸੁਣਵਾਈ ਬਹੁਤ ਜ਼ਰੂਰੀ ਸੀ। ਇਸੇ ਕਰਕੇ ਅਸੀਂ ਪਾਰਟੀ ਬਣੀ ਔਰ ਇਹ ਕਹਿਣ ਲਈ ਕਿ ਹਾਈ ਕੋਰਟ ਦੇ ਵਿੱਚ ਕਿ ਜਿਹੜਾ ਸਭ ਤੋਂ ਵੱਡਾ ਸੰਵਿਧਾਨਿਕ ਹੱਕ ਤਾਂ ਬੱਚਿਆਂ ਦਾ ਰਾਈਟ ਟੂ ਐਜੂਕੇਸ਼ਨ ਹੈ, ਦੇਸ਼ ਦੀ ਫਾਊਂਡੇਸ਼ਨ ਵੀ ਹੈ, ਔਰ ਜਿਹੜੇ ਸਕੂਲ ਦਾ ਜਿਹੜਾ ਹੈਗਾ ਮਾਰਜਨਲ ਐਕਸਟਰਾ ਪੈਸੇ ਇਕੱਠੇ ਕਰਨ ਦਾ, ਕੋਈ ਪ੍ਰੋਫਿਟ ਕਰਨ ਦਾ ਹੱਕ ਨਹੀਂ ਹੈ ਸਕੂਲ ਕੋਲ। ਇਹ ਆਕੂਪੇਸ਼ਨ ਆਪਣਾ ਗੁਜ਼ਾਰਾ ਕਰਨ ਲਈ ਨਹੀਂ ਹੈ, ਇਹ ਆਕੂਪੇਸ਼ਨ ਬੱਚਿਆਂ ਬੈਟਰ ਸਕੂਲ ਬਣਾਉਣ ਲਈ ਹੈ। ਤਾਂ ਬੱਚਿਆਂ ਲਈ ਜੇ ਤੁਸੀਂ ਸਾਰਾ ਪੈਸਾ ਸਕੂਲ ਤੇ ਲਾਉਣਾ ਤਾਂ ਤੁਹਾਨੂੰ ਪ੍ਰੋਬਲਮ ਕੀ ਹੈ? ਜੇ ਨਹੀਂ ਪੈਸਾ ਇਕੱਠਾ ਹੋ ਰਿਹਾ ਤਾਂ ਸਕੂਲ ਉੱਦਾਂ ਹੀ ਰਹੇਗਾ, ਜੇ ਪੈਸਾ ਇਕੱਠਾ ਹੋਏਗਾ ਤਾਂ ਸਕੂਲ ਤੇ ਲਾਉਣਾ। ਇਹ ਆਕੂਪੇਸ਼ਨ ਫਾਇਦੇ ਲਈ ਕਦੀ ਨਹੀਂ ਹੈ। ਹਾਲੇ ਤੱਕ ਵੀ ਕਿਸੇ ਸੁਪਰੀਮ ਕੋਰਟ ਦੀ ਜਜਮੈਂਟ ਇਹ ਨਹੀਂ ਕੀਤਾ ਜਾਂਦਾ ਕਿ ਤੁਸੀਂ ਸਕੂਲ ਖੋਲ ਕੇ ਆਪਣੀ ਗੁਜ਼ਾਰਾ ਕਰੋਗੇ ਜਾਂ ਆਪਣੀ ਰੋਟੀ ਕਮਾਓਗੇ, ਜਾਂ ਤੁਸੀਂ ਬਹੁਤ ਵੱਡਾ ਫਾਇਦਾ ਜਿੱਦਾਂ ਬਾਕੀ ਇੰਡਸਟਰੀ ਜਾਂ ਬਾਕੀ ਬਿਜ਼ਨਸ ਮੰਗ ਕਰੋਗੇ। ਇਹ ਪ੍ਰੋਫਿਟ ਫॉर ਐਕਟੀਵਿਟੀ ਨਹੀਂ ਹੈ, ਇਹ ਨਾਨ ਪ੍ਰੋਫਿਟ ਐਕਟੀਵਿਟੀ ਹੈ। ਇਸੇ ਕਰਕੇ ਸਕੂਲ ਦਾ ਇਹ ਸਾਰਾ ਕਹਿਣਾ ਕਿ ਸਾਨੂੰ ਹੱਕ ਹੈ ਪੈਸੇ ਲੈਣ ਦਾ ਜਾਂ ਫੀਸ ਲੈਣ ਦਾ, ਔਰ ਅਸੀਂ ਟੀਚਰਾਂ ਨੂੰ ਵੀ ਅੱਧੀ ਤਨਖਾਹ ਦੇਵਾਂਗੇ, ਇਹ ਕੋਈ ਸੈਂਸ ਨਹੀਂ ਬਣਦੀ, ਕਿਉਂਕਿ ਇਹ ਤਾਂ ਨਾਨ ਪ੍ਰੋਫਿਟ ਐਕਟੀਵਿਟੀ ਹੈ। ਔਰ ਇਸ ਕਰਕੇ ਜੇ ਜਿੰਨੇ ਪੈਸੇ ਇਕੱਠੇ ਹੁੰਦੇ ਉਨੇ ਪੈਸੇ ਦੇ ਆਧਾਰ ਤੇ ਉਹਨਾਂ ਨੇ ਐਜੂਕੇਸ਼ਨ ਦੇਣੀ ਹੈ। ਜੇ ਪੈਸੇ ਨਹੀਂ ਇਕੱਠੇ ਹੋਣਗੇ ਤਾਂ ਨਹੀਂ ਹੋਏਗੀ। ਮगर ਇਹ ਕਹਿਣਾ ਕਿ ਅਸੀਂ ਹਰ ਹਾਲਤ ਵਿੱਚ ਆਨਲਾਈਨ ਐਜੂਕੇਸ਼ਨ ਦੇਵਾਂਗੇ ਤੇ ਪੈਸੇ ਵੀ ਲਵਾਂਗੇ, ਚਾਹੇ ਬੱਚਾ ਦੀ ਆਨਲਾਈਨ ਐਜੂਕੇਸ਼ਨ ਰਿਸੀਵ ਕਰਨ ਦੀ ਕੈਪੈਸਿਟੀ ਹੈ ਜਾਂ ਨਹੀਂ। ਸਰ, ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਿੱਥੇ HRD ਮਿਨਿਸਟਰੀ ਕਹਿ ਰਹੀ ਹੈ ਦਿੱਲੀ ਕਿ ਜੁਲਾਈ ਤੋਂ ਅਸੀਂ ਸਕੂਲ ਓਪਨ ਕਰਨ ਦੀ ਪਲਾਨ ਕਰ ਰਹੇ ਹਾਂ ਫੇਜ਼ 2 ਦੇ ਵਿੱਚ, ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਸਕੂਲ ਓਪਨ ਹੋ ਪਾਉਣਗੇ? ਬੱਚਿਆਂ ਦਾ ਭਵਿੱਖ ਕਿਤੇ ਨਾ ਕਿਤੇ ਖਤਰੇ 'ਚ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਅਗਰ ਮਾਹੌਲ ਸੁਖਾਵਾ ਨਾ ਬਣਿਆ ਤੇ ਬੱਚਿਆਂ ਦਾ ਭਵਿੱਖ ਜਿਹੜਾ ਖਤਰੇ 'ਚ ਆ ਸਕਦਾ? ਦੇਖੋ, ਜਿਹੜਾ ਹੁੰਦਾ ਨਾ ਸਭ ਕੁਝ ਰੋਕ ਦੇਣਾ, ਇਹ ਆਫ ਨੈਸੈਸਿਟੀ ਟੈਂਪਰੇਰੀ ਮੈਜਰ ਹੀ ਹੋ ਸਕਦਾ, ਇਹ ਤੁਹਾਡੇ ਪਰਮਾਨੈਂਟ ਲਾਈਫ ਨਹੀਂ ਹੋ ਸਕਦੀ। ਚਾਹੇ ਬਿਮਾਰੀ ਖਤਰਨਾਕ ਹੈ, ਚਾਹੇ ਬਿਮਾਰੀ ਨਹੀਂ ਖਤਰਨਾਕ, ਚਾਹੇ ਬਿਮਾਰੀ ਵੱਧ ਰਹੀ ਹੈ, ਚਾਹੇ ਬਿਮਾਰੀ ਘਟ ਰਹੀ ਹੈ। ਲਾਕਡਾਊਨ ਦਾ ਇੱਕ ਬੇਸਿਕ ਸੈਲਫ ਲਿਮਿਟੇਸ਼ਨ ਇਫੈਕਟ ਹੈ। ਇਹ ਲਾਕਡਾਊਨ ਲਾਇਆ ਇਸ ਲਈ ਸੀ ਕਿ ਤੁਹਾਡੇ ਕੋਲ ਜਿਹੜੀ ਤਿਆਰੀ ਦਾ ਟਾਈਮ ਮਿਲ ਜਾਏ। ਉਹ ਟਾਈਮ ਤੁਸੀਂ ਹੁਣ 2 ਮਹੀਨੇ 3 ਮਹੀਨੇ ਸਾਡੇ ਕੋਲ ਹੋ ਗਿਆ, ਬੱਚਿਆਂ ਨੂੰ ਹੋ ਗਿਆ, ਹੁਣ ਉਸ ਤੋਂ ਬਾਅਦ ਤਾਂ ਸਾਨੂੰ ਅੱਜ ਨਹੀਂ ਤਾਂ ਕੱਲ ਖੋਲ੍ਹਣਾ ਹੀ ਪੈਣਾ। ਤਾਂ ਜੇ ਚੀਜ਼ ਖੋਲ੍ਹਣੀ ਪੈਣੀ ਹੈ ਤਾਂ ਜਲਦੀ ਖੋਲ੍ਹੋ, ਕਿਉਂਕਿ ਅਲਟੀਮੇਟਲੀ ਤਾਂ ਇਹ ਬਿਮਾਰੀ ਸਪਰੈਡ ਆਊਟ ਹੋ ਕੇ ਇੱਕ ਹਰਡ ਇਮਿਊਨਿਟੀ ਪੈਦਾ ਜਦੋਂ ਹੋ ਜਾਂਦੀ ਪੂਰੇ ਸਮਾਜ ਵਿੱਚ, ਪੂਰੇ ਦੇਸ਼ ਵਿੱਚ, ਉਦੋਂ ਹੀ ਖਤਮ ਹੁੰਦੀ ਹੈ। ਸਾਰੀਆਂ ਜਿਹੜੀਆਂ ਇਨਫੈਕਸ਼ਸ ਡਿਜ਼ੀਜ਼ ਹੈ ਇਸ ਤਰ੍ਹਾਂ ਹੀ ਖਤਮ ਹੁੰਦੀਆਂ। ਜਦੋਂ ਬਹੁਤ ਵੱਡੀ ਪਲੇਗ ਆਈ ਸੀ ਉਦੋਂ ਵੀ 1/3 ਬੰਦੇ ਮਰ ਗਏ ਸੀ, ਫਿਰ ਵੀ 2/3 ਨੂੰ ਅੰਦਰ ਇਮਿਊਨਿਟੀ ਪੈਦਾ ਹੋ ਗਈ ਸੀ। ਇਹ ਬਿਮਾਰੀ ਉਸ ਲੈਵਲ ਦੀ ਤਾਂ ਬਿਲਕੁਲ ਨਹੀਂ ਹੈ। ਇਹਦਾ ਡੈਥ ਰੇਟ 2 ਜਾਂ 3% ਤੋਂ ਜ਼ਿਆਦਾ ਨਹੀਂ ਹੈ। ਉਹ ਵੀ ਬੱਚਿਆਂ ਵਿੱਚ ਘੱਟ ਹੈ, ਜਵਾਨਾਂ ਵਿੱਚ ਘੱਟ ਹੈ, ਬਜ਼ੁਰਗਾਂ ਵਿੱਚ ਜ਼ਿਆਦਾ ਹੈ। ਸੋ ਉਹਨਾਂ ਹਾਲਾਤਾਂ ਵਿੱਚ ਸਕੂਲ ਖੋਲ੍ਹਣਾ ਹੀ ਚਾਹੀਦਾ ਹੈ ਮੇਰੇ ਹਿਸਾਬ ਨਾਲ, ਕਿਉਂਕਿ ਬੱਚਿਆਂ ਨੂੰ ਤੁਸੀਂ ਵਿਹਲਾ ਰੱਖ ਕੇ ਵੀ ਕੀ ਗੇਨ ਕਰ ਰਹੇ ਹੋ? ਕਿਉਂਕਿ ਬੱਚੇ ਘਰਾਂ ਵਿੱਚ ਤਾਂ ਹੈਗੇ ਹੀ ਹੈ, ਗਰਾਊਂਡ ਵਿੱਚ ਖੇਲਦੇ ਨੇ, ਉਹ ਬੱਚੇ ਘਰ ਤਾਂ ਪੂਰੇ ਬਹਿ ਨਹੀਂ ਸਕਦੇ। ਤਾਂ ਜਿਹੜੀ ਕਮਿਊਨਿਟੀ ਟਰਾਂਸਮਿਸ਼ਨ ਹੋਣੀ ਹੈ ਡਿਜ਼ੀਜ਼ ਦੀ, ਉਹ ਤਾਂ ਆਟੋਮੈਟਿਕਲੀ ਸਲੋ ਰੇਟ ਤੇ ਹੋ ਹੀ ਰਹੀ ਹੈ। ਤਾਂ ਉਹ ਰੇਟ ਥੋੜਾ ਵੱਧ ਜਾਏਗਾ, ਮਗਰ ਸਾਡੇ ਕੋਲ ਕੋਈ ਹੋਰ ਆਲਟਰਨੇਟਿਵ ਨਹੀਂ ਹੈ। ਇਹੀ ਗੱਲ ਰਿਲਾਈਜ਼ ਕਰਕੇ ਬਾਹਰਲੇ ਦੇਸ਼ਾਂ ਨੇ ਲਾਕਡਾਊਨ ਖਤਮ ਕਰ ਦਿੱਤਾ ਹੈ, ਆਮ ਰਿਜ਼ਿਊਮ ਐਕਟੀਵਿਟੀਜ਼ ਰਿਜ਼ਿਊਮ ਕਰਤੀਆਂ, ਕਿਉਂਕਿ ਜਿੰਨੀਆਂ ਤਿਆਰੀਆਂ ਕਰਨੀਆਂ ਸੀ ਹੁਣ ਤਿਆਰੀਆਂ ਅਸੀਂ ਕਰ ਲਈਆਂ। ਜਿੰਨੇ ਤਰ੍ਹਾਂ ਦੇ ਟੈਸਟ ਦਵਾਈਆਂ ਜਿੰਨੀਆਂ ਹੋ ਸਕਦੀਆਂ ਉਹ ਦੇਸ਼ ਨੂੰ ਪਤਾ ਲੱਗ ਗਿਆ, ਦੇਸ਼ ਨੂੰ ਵੀ ਪਤਾ ਲੱਗ ਗਿਆ। ਇਸ ਕਰਕੇ ਸਕੂਲ ਤਾਂ ਮੇਰੇ ਹਿਸਾਬ ਨਾਲ ਖੋਲ੍ਹਣਾ ਹੀ ਚਾਹੀਦੇ ਆ, ਔਰ ਖੁੱਲ੍ਹ ਵੀ ਜਾਣਗੇ, ਕਿਉਂਕਿ ਤੁਸੀਂ ਆਲਰੇਡੀ ਚੌਥਾ ਮਹੀਨਾ ਚੱਲ ਰਿਹਾ। ਜੇ ਜੁਲਾਈ ਵਿੱਚ ਬੰਦ ਕਰਾਂਗੇ ਤਾਂ ਚੌਥਾ ਮਹੀਨਾ ਬੰਦ ਹੋਏਗਾ। ਜੇ ਤੁਸੀਂ ਸਾਲ ਦੇ ਵਿੱਚ 4 ਮਹੀਨੇ ਸਕੂਲ ਬੰਦ ਕਰ ਦੋਗੇ ਤਾਂ ਫਿਰ ਉਸ ਐਕੈਡੈਮਿਕ ਸਾਲ ਦੇ ਵਿੱਚ ਤਾਂ ਪ੍ਰੈਕਟੀਕਲੀ ਖਰਾਬ ਹੋ ਜਾਏਗਾ। ਤੇ ਸਰ, ਅੱਜ ਕੋਰਟ ਵੱਲੋਂ ਕੀ ਦਿਸ਼ਾ ਨਿਰਦੇਸ਼ ਦਿੱਤੇ ਗਏ? ਕੋਈ ਇਹਦੇ ਤੇ ਕੋਈ ਨੋਟਿਸ ਕਿਸੇ ਨੂੰ ਹੋਏ? ਨਹੀਂ, ਇਹ ਨਾਲ ਹੀ ਜਦੋਂ 12 ਤਰੀਕ ਨੂੰ ਹੋਏਗਾ, ਕਿਉਂਕਿ ਅਸੀਂ ਪਾਰਟੀ ਨਹੀਂ ਬਣਿਆ, ਅਸੀਂ ਇੰਟਰਵੈਂਸ਼ਨ ਐਪਲੀਕੇਸ਼ਨ ਪਾਈ ਹੈ। ਇੰਟਰਵੈਂਸ਼ਨ ਦਾ ਮਤਲਬ ਹੁੰਦਾ ਕਿ ਤੁਹਾਨੂੰ ਕਿਸੇ ਨੂੰ ਜਵਾਬ ਦੇਣ ਦੀ ਲੋੜ ਨਹੀਂ, ਤੁਸੀਂ ਬਹਿਸ ਵਿੱਚ ਪਾਰਟੀਸਪੇਟ ਕਰ ਸਕਦੇ ਹੋ। ਕਿਉਂਕਿ ਜੇ ਤੁਸੀਂ ਸਾਰੇ ਪਾਰਟੀ ਬੰਦੀ ਚੱਕਰ ਵਿੱਚ ਪੈ ਜਾਓ ਤੇ ਉਹਦੇ 'ਚ ਫਿਰ ਉਹਦਾ ਜਵਾਬ ਹੁੰਦਾ ਹੈ, ਫਿਰ ਉਹਦਾ ਜੋ ਐਪਲੀਕੇਸ਼ਨ ਦਾ ਜਵਾਬ ਦਾ ਦੇਰ ਹੋ ਜਾਂਦੀ ਹੈ। ਕਿਉਂਕਿ ਕੋਰਟ ਨੇ ਆਲਰੇਡੀ 12 ਜੂਨ ਨੂੰ ਫਾਈਨਲ ਹੀਅਰਿੰਗ ਤੇ ਰੱਖਿਆ ਹੋਇਆ ਹੈ, ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ 12 ਜੂਨ ਨੂੰ ਸਾਰੀਆਂ ਸਾਈਡਸ ਨੂੰ ਸੁਣਵਾਈ ਹੋ ਕੇ ਕੋਈ ਪੱਕਾ ਫੈਸਲਾ ਆਏਗਾ। ਔਰ ਇਸ ਕਰਕੇ 12 ਜੂਨ ਨੂੰ ਪੇਰੈਂਟਸ ਐਸੋਸੀਏਸ਼ਨ ਨੇ ਐਪਲੀਕੇਸ਼ਨ ਦਿੱਤੀ ਹੈ ਕਿ ਸਾਨੂੰ ਬੋਲਣ ਦਾ, ਸਾਨੂੰ ਅਸਿਸਟ ਕਰਨ ਦਾ, ਸਾਨੂੰ ਲਾਅ ਦਿਖਾਉਣ ਦਾ ਔਰ ਬੱਚਿਆਂ ਦਾ ਪੱਖ ਪੇਸ਼ ਕਰਨ ਦਾ ਹੱਕ ਦਿਓ, ਸੁਣਵਾਈ ਦਿਓ। ਸਰ, ਮੇਰਾ ਆਖਰੀ ਸਵਾਲ ਤੁਹਾਡੇ ਤੋਂ, ਜਿਵੇਂ ਤੁਸੀਂ ਕਿਹਾ ਕਿ ਇਹ ਜਿਹੜਾ ਪੀਰੀਅਡ ਸੀਗਾ, ਲਾਕਡਾਊਨ ਦਾ ਪੀਰੀਅਡ ਸੀਗਾ, ਇਸ ਦੇ ਵਿੱਚ ਸਕੂਲ ਦੀ ਕੋਈ ਐਕਟੀਵਿਟੀ ਨਹੀਂ ਹੋਈ, ਨਾ ਹੀ ਕੋਈ ਟਰਾਂਸਪੋਰਟੇਸ਼ਨ ਦੀ ਹੋਈ, ਨਾ ਹੀ ਕੋਈ ਪੜ੍ਹਾਈ ਹੋਈ, ਨਾ ਹੀ ਹੋਰ ਕੋਈ ਬਿਲਡਿੰਗ ਯੂਜ਼ ਹੋਈ। ਲੇਕਿਨ ਸਕੂਲਾਂ ਵੱਲੋਂ ਜਿਹੜੀ ਫੀਸ ਦਿੱਤੀ ਗਈ ਹੈ, ਹਾਲਾਂਕਿ ਉਹ ਕਹਿਣ ਨੂੰ ਤਾਂ ਸਿਰਫ ਇੱਕ ਟਿਊਸ਼ਨ ਫੀਸ ਦਾ ਪਾਰਟ ਹੈ, ਲੇਕਿਨ ਹਿਡਨ ਚਾਰजेस ਬਹੁਤ ਸਾਰੇ ਲਗਾ ਦਿੱਤੇ ਗਏ ਨੇ।
ਤੁਸੀਂ ਮੰਨਦੇ ਹੋ ਕਿ ਇਹ ਜਿਹੜੀ ਪ੍ਰਾਪਰਟੀ ਹੈ ਇਹ ਤਾਂ ਸਕੂਲ ਦੀ ਪ੍ਰਾਪਰਟੀ ਹੈਗੀ, ਬੱਚਿਆਂ ਦਾ ਤਾਂ ਕੋਈ ਰੋਲ ਨਹੀਂ ਹੈ ਨਹੀਂ, ਤੇ ਬੱਚਿਆਂ ਦੇ ਉੱਤੇ ਜਾਂ ਬੱਚਿਆਂ ਦੇ ਪੇਰੈਂਟਸ ਦੇ ਉੱਤੇ ਹੀ ਕਿਉਂ ਇੰਨਾ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਉਹ ਫੀਸ ਪੇ ਕਰਨ? ਦੇਖੋ, ਚਾਹੇ ਇਨ ਥਿਊਰੀ ਸੁਪਰੀਮ ਕੋਰਟ ਕਹਿੰਦਾ ਕਿ ਇਟ ਇਜ਼ ਨਾਟ ਅ ਪ੍ਰੋਫਿਟ ਐਕਟੀਵਿਟੀ, ਇਹ ਕੈਪੀਟਲਾਈਜੇਸ਼ਨ ਆਫ ਕੈਪੀਟਲ ਨਹੀਂ ਹੋ ਸਕਦਾ, ਪਰ ਉਸ ਦੇ ਬਾਵਜੂਦ ਵੀ ਬੜੇ ਚਲਾਕੀ ਨਾਲ, ਬੜੇ ਦੂਸਰੇ ਢੰਗਾਂ ਨਾਲ ਸਕੂਲ ਫਾਇਦੇ ਲਈ ਚੱਲ ਰਹੇ ਨੇ। ਇਹ ਇੱਕ ਇੰਡਸਟਰੀਅਲ ਪ੍ਰੋਫਿਟ ਮੇਕਿੰਗ ਐਕਟੀਵਿਟੀ ਬਣ ਚੁੱਕੀ ਹੈ। ਇਸੇ ਕਰਕੇ ਸਕੂਲ ਉਸੇ ਤਰ੍ਹਾਂ ਉਹਨਾਂ ਦਾ ਮੈਨੇਜਮੈਂਟ ਦਾ ਨਜ਼ਰੀਆ ਹੋ ਗਿਆ, ਚਾਹੇ ਉਹ ਸੁਸਾਇਟੀਜ਼ ਨੇ, ਔਰ ਸੁਸਾਇਟੀਜ਼ ਨਾਨ ਪ੍ਰੋਫਿਟ ਹੁੰਦੀਆਂ, ਐਜੂਕੇਸ਼ਨ ਸਪਰੈਡ ਕਰਨਾ ਨਾਨ ਪ੍ਰੋਫਿਟ ਐਕਟੀਵਿਟੀ ਹੈ। ਉਸ ਦੇ ਬਾਵਜੂਦ ਜਿਹੜੀ ਮੈਨੇਜਮੈਂਟ ਹੈ ਉਹ ਬੜੇ ਚਲਾਕੀ ਨਾਲ, ਤਰੀਕੇ ਨਾਲ ਫੰਡਸ ਨੂੰ ਡਾਇਵਰਟ ਕਰਕੇ ਆਪਣੇ ਨਿੱਜੀ ਹਿੱਤ ਵਿੱਚ ਯੂਜ਼ ਕਰਦੀ ਹੈ। ਔਰ ਕਿਉਂਕਿ ਉਹਨਾਂ ਦੀ ਪ੍ਰਾਈਵੇਟ ਇਨਕਮ ਲਈ ਯੂਜ਼ ਕਰਨਾ ਹੁੰਦਾ, ਇਸ ਕਰਕੇ ਉਹਨਾਂ ਨੂੰ ਹੁਣ ਤਕਲੀਫ ਹੋ ਰਹੀ ਹੈ ਕਿ ਪ੍ਰਾਈਵੇਟ ਇਨਕਮ ਬੰਦ ਹੋ ਗਈ ਹੈ। ਅਦਰਵਾਈਜ਼ ਜੇ ਬਿਲਕੁਲ ਨਾਨ ਪ੍ਰੋਫਿਟ ਐਕਟੀਵਿਟੀ ਐਜ਼ ਅ ਸੁਸਾਇਟੀ ਦੀ ਯੂਜ਼ ਕਰ ਰਿਹਾ ਚੱਲ ਰਿਹਾ ਸੀ, ਫਿਰ ਉਹਨਾਂ ਨੂੰ ਕੀ ਫਰਕ ਪੈਂਦਾ? ਕਿਸੇ ਗੁਰਦੁਆਰੇ ਨੇ ਰਿਟ ਨਹੀਂ ਕੀਤੀ ਕਿ ਜੀ ਹੁਣ ਸਾਡੇ ਸ਼ਰਧਾਲੂਆਂ ਨੇ ਬੰਦ ਹੋ ਗਏ ਤਾਂ ਸਾਡਾ ਲੰਗਰ ਨਹੀਂ ਚੱਲਦਾ, ਸਾਨੂੰ ਦਿਓ ਪੈਸਾ। ਇਹੀ ਕਿਉਂ ਕਰ ਰਹੇ ਨੇ? ਸਕੂਲ ਹੀ ਕਿਉਂ ਕਰ ਰਹੇ ਨੇ? ਕਿਸੇ ਦੁਕਾਨਦਾਰ ਨੇ ਹਲੇ ਸਰਕਾਰ ਕੋਲ ਅਪਰੋਚ ਨਹੀਂ, ਸਭ ਨੇ ਕਿਹਾ ਕਿ ਠੀਕ ਹੈ ਅਸੀਂ ਐਕਸੈਪਟ ਕਰਦੇ ਹਾਂ। ਵਾਈ ਆਰ ਦਾ ਸਕੂਲ ਡੂਇੰਗ ਇਟ? ਸਕੂਲ ਇਕੱਲੇ ਸਕੂਲ ਥੋੜੀ ਇੰਪਲੋਈਜ਼ ਨੂੰ ਪੇ ਦੇ ਰਹੇ ਨੇ, ਹਰ ਦੁਕਾਨਦਾਰ ਇੰਪਲੋਈਜ਼ ਨੂੰ ਪੇ ਦੇ ਰਿਹਾ, ਹਰ ਸੈਲਫ ਇੰਪਲੋਇਡ ਪਰਸਨ ਆਪਣੇ ਇੰਪਲੋਈਜ਼ ਨੂੰ ਪੇ ਦੇ ਰਿਹਾ। ਔਰ ਜੇ ਇਸ ਕਾਮਨ ਪਰਪਸ ਦੇ ਵਿੱਚ ਤੁਸੀਂ ਕਾਮਨ ਸਫਰਿੰਗ ਵਿੱਚ ਥੋੜਾ ਜਿਹਾ ਸੈਕਰੀਫਾਈਸ ਨਹੀਂ ਕਰ ਸਕਦੇ, ਤਾਂ ਨਾ ਤੁਸੀਂ ਦੇਸ਼ਵਾਸੀ ਕਿਹੋ ਜਿਹੇ ਹੋ, ਤੁਸੀਂ ਦੇਸ਼ ਭਗਤ ਕੈਸੇ ਹੋ, ਤੁਸੀਂ ਦੇਸ਼ ਨੂੰ ਕਿੱਦਾਂ ਪਿਆਰ ਕਰਦੇ ਹੋ? ਦੇਸ਼ ਤੋਂ ਬਜਾਏ ਤੁਸੀਂ ਬੱਚਿਆਂ ਨੂੰ ਕਿਉਂ ਨਹੀਂ ਪਿਆਰ ਕਰ ਰਹੇ? ਆਰਡੀਨਰੀ ਜਿਹੜੇ ਬੱਚਿਆਂ ਦੀ ਇੱਕ ਕੀਮਤ ਆ, ਤੁਸੀਂ ਖੁਸ਼ ਹੋ ਕਿ ਸਾਨੂੰ ਮੌਕਾ ਮਿਲ ਰਿਹਾ, ਅਸੀਂ ਕਰਾਂਗੇ। ਮੇਰੇ ਹਿਸਾਬ ਨਾਲ ਜਿਹੜੀ ਇਹ ਇਸਤੇਮਾਲ ਕਰਨਾ ਕੋਰਟ ਦਾ, ਔਰ ਕੋਰਟ ਨੂੰ ਐਂਟਰਟੇਨ ਕਰਨਾ, ਇਹੀ ਗਲਤ ਸੀ। ਸਕੂਲਾਂ ਨੂੰ ਇਸ ਵੇਲੇ ਇਸ ਸਿਚੁਏਸ਼ਨ ਦੇ ਵਿੱਚ ਕੋਈ ਮਤਲਬ ਹੀ ਨਹੀਂ ਸੀ ਕਿ 3 ਮਹੀਨੇ ਵਿੱਚ ਹੀ ਇੰਨੀ ਜਲਦੀ ਕੋਰਟ ਕੋਲ ਪਹੁੰਚ ਕੇ ਔਰ ਕੋਰਟ ਉਹਨੂੰ ਰਿਲੀਫ ਦੇ ਸਕੇ, ਕਿਉਂਕਿ ਇਹ 3 ਮਹੀਨੇ ਵਿੱਚ ਤਾਂ ਕਿਸੇ ਵੀ ਸਕੂਲ ਦੀ ਕਪੈਸਿਟੀ ਸੀ, ਕਿਉਂਕਿ ਸਕੂਲ ਦੀ ਬਿਲਡਿੰਗ ਬੰਦ ਪਈ ਹੈ, ਸਕੂਲ ਦੀ ਟਰਾਂਸਪੋਰਟ ਬੰਦ ਹੈ, ਸਕੂਲ ਨੂੰ ਸਿਰਫ ਛੋਟਾ ਜਿਹਾ ਮੇਨਟੇਨੈਂਸ ਚਾਰजेस ਕਰਨੇ ਪੈਣੇ ਆ, ਜਿਹੜਾ ਕਿ ਉਹਨਾਂ ਕੋਲ ਆਲਰੇਡੀ ਫੰਡ ਅੰਡਰ ਦਾ ਬੋਰਡ ਰੈਗੂਲੇਸ਼ਨ ਉਹਨਾਂ ਨੇ ਇਕੱਠਾ ਕੀਤਾ ਹੋਇਆ ਹੈ। ਉਹ ਫੰਡ ਨੂੰ ਇਸਤੇਮਾਲ ਕਰ ਸਕਦੇ ਨੇ। ਉਸ ਫੰਡ ਨੂੰ ਇਸਤੇਮਾਲ ਕਰਨ ਦੀ ਉਹਨਾਂ ਨੇ ਸਿਰਫ ਪਰਮਿਸ਼ਨ ਲੈਣੀ ਸੀ। ਉਹ ਫੰਡ ਹੈਗਾ, ਪਰਮਿਸ਼ਨ ਲੈ ਲੈਣ। ਉਸ ਤੋਂ ਬਾਅਦ ਜਿਹੜੀ ਆਨਲਾਈਨ ਜਿਹੜੀ ਟੀਚਿੰਗ ਹੈ ਉਹਦੇ ਵਿੱਚ ਕੋਈ ਖਰਚਾ ਹੁੰਦਾ ਹੀ ਨਹੀਂ ਹੈ। ਕੰਪਿਊਟਰ ਤੁਹਾਡੇ ਕੋਲ ਆਲਰੇਡੀ ਹੈਗੇ ਆ, ਟੀਚਰ ਤੁਹਾਡੇ ਕੋਲ ਆਲਰੇਡੀ ਹੈਗੇ ਆ, ਤੁਸੀਂ ਉਹਨਾਂ ਨੂੰ ਤਨਖਾਹਾਂ ਪੂਰੀਆਂ ਨਹੀਂ ਦੇ ਰਹੇ। ਸਟਾਫ ਨੂੰ ਤੁਸੀਂ ਪੂਰਾ ਅੱਧਾ ਕਰ ਸਕਦੇ ਹੋ, 1/3 ਕਰ ਸਕਦੇ ਹੋ, ਰਾਦਰ 1/3 ਕਹੇ 10% ਤੋਂ ਸਟਾਫ ਜ਼ਿਆਦਾ ਯੂਜ਼ ਨਹੀਂ ਹੁੰਦਾ, ਕਿਉਂਕਿ ਕਿੱਥੇ ਤੁਸੀਂ ਇੱਕ ਟੀਚਰ ਨੇ ਸਾਰੇ ਇੱਕੋ ਹੀ ਲੈਸਨ ਤੁਸੀਂ ਸਭ ਨੂੰ ਭੇਜ ਸਕਦੇ ਹੋ, ਸਾਰੀ ਕਲਾਸਾਂ ਨੂੰ ਭੇਜ ਸਕਦੇ ਹੋ, ਸਾਰੇ ਸੈਕਸ਼ਨਾਂ ਨੂੰ ਇਕੱਠਾ ਭੇਜ ਸਕਦੇ ਹੋ। ਇਸ ਕਰਕੇ ਇਹ ਸਾਰਾ ਜਿਹੜੀ ਆਰਗੂਮੈਂਟ ਹੈ ਸਕੂਲਾਂ ਦੀ, ਇਹ ਬਿਲਕੁਲ ਕਾਨੂੰਨ ਦੇ ਵੀ ਖਿਲਾਫ ਹੈ, ਕੌਨਸਟੀਟਿਊਸ਼ਨਲ ਮੋਰੈਲਿਟੀ ਦੇ ਵੀ ਖਿਲਾਫ ਹੈ, ਔਰ ਵੈਸੇ ਵੀ ਜਿਹੜੀ ਸਾਡੀ ਬੇਸਿਕ ਜਿਹੜੀ ਸੈਂਸ ਆਫ ਡੀਸੈਂਸੀ ਹੈ ਕਿ ਐਮਰਜੈਂਸੀ ਵੀ ਤੁਸੀਂ ਬੱਚਿਆਂ ਦੀ ਮਦਦ ਕਰਨੀ ਹੈ, ਨਾ ਕਿ ਬੱਚਿਆਂ ਨੂੰ ਤੰਗ ਕਰਨਾ, ਤਾਂ ਕਿ ਬੱਚਿਆਂ ਦੇ ਪੇਰੈਂਟਸ ਨੂੰ ਤੰਗ ਕਰਨਾ ਹੈ। ਔਰ ਜਿੱਦਾਂ ਸਕੂਲ ਮੈਸੇਜ ਭੇਜਾ ਰਿਹਾ, ਉਹ ਬੱਚਿਆਂ ਦੇ ਗਿਲਟ ਕੌਨਸ਼ੀਅਸ ਪੈਦਾ ਕਰ ਰਹੇ, ਖਰਿਆ ਉਹਨਾਂ ਨੇ ਕੋਈ ਕ੍ਰਾਈਮ ਕਰਤਾ, ਫੀਸ ਸਾਡੇ ਪੇਰੈਂਟਸ ਨਹੀਂ ਦੇ ਪਾ ਰਹੇ ਨਾ, ਉਹ ਬੱਚੇ ਥੋੜੀ ਰਿਅਲਾਈਜ਼ ਕਰਦੇ ਹੈ ਕਿ ਪੇਰੈਂਟਸ ਕੋਲ ਕੋਈ ਪੈਸਾ ਨਹੀਂ ਹੈ, ਪੇਰੈਂਟਸ ਦਾ ਫੂਡ ਲਈ ਪੈਸਾ ਇਕੱਠਾ ਕਰ ਰਹੇ ਨੇ, ਮੰਗ ਰਹੇ ਨੇ, ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ, ਉਹਨਾਂ ਦੀ ਆਪਣੀ ਇੰਪਲੋਇਮੈਂਟ ਖਤਮ ਹੋ ਗਈ, ਬੱਚਿਆਂ ਨੂੰ ਸਾਰੀ ਗੱਲਾਂ ਪਤਾ ਹੈ। ਜਦੋਂ ਸਕੂਲ ਇਹੋ ਜਿਹੇ ਬੱਚਿਆਂ ਨੂੰ ਫੋਰਸ ਕਰਦਾ ਹੈ, ਜਾਂ ਬੱਚਿਆਂ ਨੂੰ ਈਮੇਲ ਭੇਜਦਾ ਹੈ, ਜਾਂ ਬੱਚਿਆਂ ਨੂੰ WhatsApp ਮੈਸੇਜ ਭੇਜਦਾ ਹੈ, ਉਹਦੇ ਨਾਲ ਬੱਚਿਆਂ ਦੀ ਸਾਈਕੋਲੋਜੀ 'ਤੇ ਬੜਾ ਬੁਰਾ ਅਸਰ ਪੈਂਦਾ ਹੈ। ਤਾਂ ਪੇਰੈਂਟਸ ਦਾ ਪ੍ਰੈਸ਼ਰ ਆਲਰੇਡੀ ਬਹੁਤ ਜ਼ਿਆਦਾ ਹੁੰਦਾ ਹੈ, ਔਰ ਬੱਚਿਆਂ ਦੀ ਤਕਲੀਫ ਦੇ ਕੇ ਪੇਰੈਂਟਸ ਨੂੰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਹੈ। ਤਾਂ ਉਹ ਦੁੱਖ ਥੋੜ੍ਹਾ ਜਿਹਾ ਤੱਕ ਸਕੂਲ ਸਮਝੇ। ਤਾਂ ਇਹ ਸਾਰੇ ਪੱਖ ਅਸੀਂ ਹਾਈ ਕੋਰਟ ਦੇ ਸਾਹਮਣੇ ਰੱਖਾਂਗੇ ਕਿ ਇਸ ਹਾਲਾਤ ਵਿੱਚ ਘੱਟੋ ਘੱਟ ਸਕੂਲਾਂ ਦੀ ਸੁਣਨ ਤੋਂ ਬਜਾਏ ਤੁਸੀਂ ਦੂਜੇ ਸਮਾਜ ਦੀ ਸੁਣੋ। ਜੇ ਸਮਾਜ ਜਿਹੜਾ ਫਾਊਂਡੇਸ਼ਨ ਹੈ, ਸਕੂਲ ਤਾਂ ਅਲਟੀਮੇਟਲੀ ਛੋਟੀ ਜਿਹੀ ਟੀਚਿੰਗ ਐਕਟੀਵਿਟੀ ਕਰ ਰਹੇ ਨੇ, ਜਿਹੜਾ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ, ਬਿਲਕੁਲ ਫਰਕ ਨਹੀਂ ਪੈਣਾ। ਸਕੂਲ ਤਾਂ ਖੜੇ ਰਹਿਣਗੇ, ਬਿਲਡਿੰਗਾਂ ਹੈਗੀਆਂ ਕੰਕਰੀਟ ਦੀਆਂ, ਪੱਥਰ ਦੀਆਂ, ਉਹਨਾਂ ਨੇ ਕਿੱਥੇ ਜਾਣਾ? ਟੀਚਰਸ ਜੇ ਚਲੇ ਜਾਂਦੇ ਤਾਂ ਨਵੇਂ ਆ ਜਾਣਗੇ। ਪਰ ਇਹ ਕਹਿਣਾ ਕਿ ਜੇ ਫੀਸ ਨਾ ਮਿਲੀ ਤਾਂ ਅਸੀਂ ਤਬਾਹ ਹੋ ਜਾਵਾਂਗੇ, ਇਹ ਬਿਲਕੁਲ ਗਲਤ ਹੈ, ਕਿਉਂਕਿ ਉਹਨਾਂ ਦੀ ਜਿਹੜੀ ਉਹਨਾਂ ਦੀ ਐਗਜ਼ਿਸਟੈਂਸ ਹੈ ਇਸ ਸਕੂਲ ਦੇ ਪ੍ਰੋਫਿਟ ਤੇ ਬੇਸ ਨਹੀਂ ਹੈ। ਉਹਨਾਂ ਦਾ ਜਿਹੜਾ ਆਪਣਾ ਨਿੱਜੀ ਲਾਈਵਲੀਹੁੱਡ ਹੈ ਉਹ ਸਕੂਲ ਤੋਂ ਉੱਤੇ ਨਿਰਭਰ ਨਹੀਂ ਹੈ, ਟੀਚਰਾਂ ਦਾ ਨਿਰਭਰ ਹੈ, ਛੋਟੇ ਇੰਪਲੋਇਜ਼ ਦਾ ਨਿਰਭਰ ਹੈ। ਉਹਨਾਂ ਨੂੰ ਤੁਸੀਂ ਆਲਰੇਡੀ ਘੱਟ ਤਨਖਾਹ ਦੇ ਰਹੇ ਹੋ, ਔਰ ਉਹ ਟਿਊਸ਼ਨ ਫੀ ਤੋਂ ਨਹੀਂ ਤਨਖਾਹ ਨਿਕਲਦੀ, ਉਹ ਬਾਕੀ ਚੀਜ਼ਾਂ ਤੋਂ ਨਿਕਲਦੀ ਹੈਗੀ ਹੈ। ਇਸ ਕਰਕੇ ਮੇਰੇ ਹਿਸਾਬ ਨਾਲ ਕੋਰਟ ਸਾਡੀ ਗੱਲ ਸੁਣੇਗਾ ਔਰ ਘੱਟੋ ਘੱਟ ਸਕੂਲਾਂ ਨੂੰ ਰੋਕ ਦੇਗਾ ਕਿ ਤੁਸੀਂ ਬੱਚਿਆਂ ਨੂੰ ਤੰਗ ਕਰਨਾ ਬੰਦ ਕਰੋ। ਧੰਨਵਾਦ ਸਰ। ਬਿਲਕੁਲ ਇਹ ਸੀਗੇ RS ਬੈਂਸ ਜੀ, ਜਿਨ੍ਹਾਂ ਨੇ ਸਾਫ਼ ਦੱਸਿਆ ਕਿ ਹੁਣ ਪੇਰੈਂਟਸ ਵੱਲੋਂ ਇੱਕ ਜਿਹੜੀ ਪਟੀਸ਼ਨ ਦਾਇਰ ਕਰਕੇ ਕਿਹਾ ਗਿਆ ਹੈ ਕਿ ਉਹਨਾਂ ਦੀ ਵੀ ਇਹ ਜਿਹੜੀ ਮੰਗ ਨੂੰ ਸੁਣਿਆ ਜਾਏ, ਕਿਉਂਕਿ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇਫੈਕਟਿਵ ਕਲਾਸ ਹੈ ਉਹ ਪੇਰੈਂਟਸ ਤੇ ਬੱਚੇ ਹੈਗੇ, ਤੇ ਜਿਹੜੇ ਕਿ ਉਹ ਬਿਲਕੁਲ ਵੀ ਉਹਨਾਂ ਨੇ ਲਾਕਡਾਊਨ ਦੇ ਦੌਰਾਨ ਕੋਈ ਸਰਵਿਸ ਯੂਜ਼ ਨਹੀਂ ਕੀਤੀ, ਤੇ ਉਹਦੇ ਬਾਵਜੂਦ ਫੀਸ ਦੇਣ ਲਈ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ, ਜਿਹੜਾ ਕਿ ਪੂਰੀ ਤਰੀਕੇ ਨਾਲ ਗਲਤ ਹੈ। ਹੁਣ 12 ਜੂਨ ਨੂੰ ਸਾਰੇ ਮਾਮਲੇ ਦੇ ਉੱਤੇ ਜਿਹੜੀ ਸੁਣਵਾਈ ਹੋਏਗੀ, ਤੇ ਉਸੇ ਦਿਨ ਇਸ ਕੇਸ ਦੇ ਨਿਪਟਣ ਦੀ ਜਿਹੜੀ ਉਮੀਦ ਹੈ ਉਹ ਜਤਾਈ ਜਾ ਰਹੀ ਹੈ।
ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।